ਸੋਰਠ ਮਹੱਲਾ ਪੰਜਵਾਂ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁਖ ਬਿਨ ਸੇ ਸੁਖ ਪਾਇਆ। ਗੁਰੂ ਰੂਪ ਗੁਰਮੁਖ ਪਿਆਰੀ ਸਾਧ ਸੰਗਤ ਜੀਓ, ਮਹਾਂਪੁਰਸ਼ਾਂ ਦੇ ਸੰਤਾਂ ਦੇ ਗੁਰੂਆਂ ਅਵਤਾਰਾਂ ਦੇ ਜਿਹੜੇ ਵਚਨ ਹੁੰਦੇ ਹੈ ਉਹ ਸਾਰੇ ਸੰਸਾਰ ਵਾਸਤੇ ਹੁੰਦੇ ਹੈ, ਸਾਰੀ ਲੁਕਾਈ ਵਾਸਤੇ ਹੁੰਦੇ ਹੈ। ਚਾਹੇ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਵਚਨ ਕਿਉਂ ਨਾ ਹੋਣ, ਭਾਵੇਂ ਪਰਮਹੰਸ ਸੰਤ ਕਬੀਰ ਜੀ ਮਹਾਰਾਜ ਜੀ ਦੇ ਪ੍ਰਵਚਨ ਕਿਉਂ ਨਾ ਹੋਣ, ਭਾਵੇਂ ਸਤਿਗੁਰੂ ਨਾਮਦੇਵ ਜੀ ਮਹਾਰਾਜ ਜੀ ਦੇ, ਭਾਵੇਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਵਚਨ ਕਿਉਂ ਨਾ ਹੋਣ, ਪ੍ਰਵਚਨ ਕਿਸੇ ਵੀ ਮਹਾਂਪੁਰਸ਼ ਦੇ ਹੋਣ, ਕਿਸੇ ਵੀ ਮਹਾਂਪੁਰਸ਼ ਦੀ ਸਿੱਖਿਆ ਹੈ ਉਹ ਸਾਰੇ ਸੰਸਾਰ ਵਾਸਤੇ ਹੁੰਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਸਤਸੰਗ ਦੇ ਵਿੱਚ ਇਹ ਮਹਾਂਪੁਰਸ਼ਾਂ ਦੇ ਪ੍ਰਵਚਨ ਗੁਰਦੇਵ ਜੀ ਮਹਾਰਾਜ ਆਪਣੀ ਰਸਨਾ ਦੇ ਦੁਆਰਾ ਇਸ ਸ਼ਬਦ ਦੇ ਅੰਦਰ ਅਕਾਲ ਪੁਰਖ ਭਗਵਾਨ ਦੀ ਵਡਿਆਈ ਕਰਦੇ ਹੈ। ਮਹਾਰਾਜ ਜੀ ਫਰਮਾਉਂਦੇ ਹੈ, ਪ੍ਰਭ ਕੀ ਸ਼ਰਨ ਉਹ ਆਦਿ ਤੋਂ ਹੀ ਚੱਲੀ ਆ ਰਹੀ ਸ਼ਕਤੀ ਸਾਰੇ ਸੰਸਾਰ ਦੇ ਵਿੱਚ ਕੰਮ ਕਰ ਰਹੀ ਹੈ। ਆਦਿ ਸ਼ਕਤੀ ਜਿਹੜੀ ਹੈ ਉਹ ਭਗਵਾਨ ਦੀ ਹੈ। ਕਿਸੇ ਨੇ ਉਹਨੂੰ ਭਗਵਾਨ ਕਹਿ ਕੇ ਯਾਦ ਕੀਤਾ, ਕਿਸੇ ਨੇ ਉਹਨੂੰ ਪਰਮੇਸ਼ਵਰ ਕਹਿ ਕੇ ਯਾਦ ਕੀਤਾ, ਕਿਸੇ ਨੇ ਉਹਨੂੰ ਰੱਬ ਕਹਿ ਕੇ ਯਾਦ ਕੀਤਾ। ਉਹਦੇ ਨਾਮ ਬੇਅੰਤ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਆਦਿ ਸ਼ਕਤੀ ਭਗਵਾਨ ਦੀ ਸ਼ਰਨ ਲੈਣ ਦੇ ਨਾਲ, ਉਹਦੀ ਸ਼ਰਨ ਵਿੱਚ ਜਾਣ ਦੇ ਨਾਲ ਕੀ ਹੁੰਦਾ ਹੈ, ਸਗਲ ਜਿਤਨੇ ਵੀ ਭੈ ਆ, ਜਿਤਨੇ ਵੀ ਡਰ ਆ, ਜਿਤਨੇ ਵੀ ਖੌਫ ਆ, ਇੱਕ ਪਰਮੇਸ਼ਵਰ ਦੀ, ਇੱਕ ਆਦਿ ਸ਼ਕਤੀ ਦੀ ਸ਼ਰਨ ਲੈਣ ਦੇ ਨਾਲ ਮਨੁੱਖ ਦੇ ਸਾਰੇ ਭੈ ਖਤਮ ਹੋ ਜਾਂਦੇ ਆ। ਉਹਦੇ ਨਾਮ ਦੇ ਵਿੱਚ ਬਹੁਤ ਵੱਡੀਆਂ ਪਾਵਰਾਂ ਹਨ, ਕਿਉਂਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਵੀ ਫਰਮਾਨ ਕਰਦੇ ਹੈ, ਅਜਾ ਮਲ ਪਿੰਗਲਾ ਲੁਭਤ ਕੁੰਚਰ, ਗਏ ਹਰ ਕੇ ਪਾਸ ਐਸੇ ਦੁਰਮਤ ਨਿਸਤਰੇ, ਤੂੰ ਕਿਉਂ ਨਾ ਤਰੇ ਰਵਿਦਾਸ। ਮਹਾਰਾਜ ਜੀ ਨੇ ਆਪਣੇ ਵੱਲ ਇਸ਼ਾਰਾ ਕੀਤਾ ਹੈ ਕਿ ਐਡੇ ਵੱਡੇ ਤੋਂ ਵੱਡੇ ਜਿਹੜੇ ਪਾਪੀ ਨਹੀਂ ਤਰਨ ਯੋਗ ਸੀ ਉਹ ਵੀ ਤਰ ਗਏ ਨਾਮ ਜਪ ਕੇ। ਔਰ ਅਗਰ ਮਨੁੱਖ ਦੇ ਹਿਰਦੇ ਅੰਦਰ ਪਰਮਾਤਮਾ ਦਾ ਨਾਮ ਆ ਜਾਵੇ ਤੇ ਇਸ ਦਾ ਪਾਰ ਉਤਾਰਾ ਹੋ ਜਾਂਦਾ ਹੈ।
ਇੱਕ ਪਰਮੇਸ਼ਵਰ ਦੀ ਇੱਕ ਆਦ ਸ਼ਕਤੀ ਦੀ ਸ਼ਰਨ ਲੈਣ ਦੇ ਨਾਲ ਮਨੁੱਖ ਦੇ ਸਾਰੇ ਭੈ ਖਤਮ ਹੋ ਜਾਂਦੇ ਆ, ਸਮਾਪਤ ਹੋ ਜਾਂਦੇ ਆ। ਹੁਣ ਮਹਾਰਾਜ ਜੀ ਕਹਿੰਦੇ ਦੁੱਖ ਬਿਨ ਸੇ, ਇਸ ਮਾਤ ਲੋਕ ਧਰਤੀ ਤੇ ਕਿੰਨੇ ਦੁੱਖ ਆ, ਦੁੱਖਾਂ ਦੀ ਵੀ ਗਿਣਤੀ ਨਹੀਂ। ਬੇਅੰਤ ਬੇਅੰਤ ਦੁੱਖ ਆ, ਸਰੀਰ ਦੇ ਅੰਦਰੋਂ ਹੀ ਪ੍ਰਗਟ ਹੁੰਦੇ ਆ। ਇਹ ਜਿਹੜਾ ਤਨ ਹੈ ਇਹ ਦੁੱਖਾਂ ਦੀ ਖਾਣ ਹੈ। ਇਸ ਤਨ ਬਾਰੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਫਰਮਾਉਂਦੇ ਹਨ, ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਇਓ ਘਾਸ ਰਲ ਗਇਓ ਮਾਟੀ। ਇਹ ਸੁੱਕੇ ਘਾਹ ਦੀ ਨਿਆਈ ਸਾਡਾ ਸਰੀਰ ਹੈ। ਜਿਸ ਤਰ੍ਹਾਂ ਇੱਕ ਸੁੱਕੇ ਹੋਏ ਘਾਹ ਦੀ ਪੰਡ ਹੁੰਦੀ ਹੈ, ਉੱਤੇ ਇੱਕ ਨਿੱਕੀ ਜਿਹੀ ਅੱਗ ਦੀ ਚਿੰਗਿਆੜੀ ਪੈ ਜਾਵੇ ਤੇ ਸਾਧ ਸੰਗਤ ਜੀ ਉਹ ਸੜ ਕੇ ਸਾਰਾ ਸੁਆਹ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਸਾਡਾ ਤਨ ਹੈ, ਜੈਸੀ ਘਾਸ ਕੀ ਟਾਟੀ, ਇੱਕ ਉਦਾਹਰਣ ਦਿੱਤੀ ਹੈ ਮਹਾਰਾਜ ਨੇ। ਘਾਹ ਸੜ ਕੇ ਸਵਾਹ ਹੋ ਗਿਆ, ਸਵਾਹ ਬਣ ਕੇ ਮਿੱਟੀ ਵਿੱਚ ਮਿਲ ਗਿਆ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਸਾਡਾ ਤਨ ਹੈ। ਤੇ ਅੱਗੇ ਫਰਮਾਨ ਕਰਦੇ ਆ, ਦੁੱਖ ਬਿਨ ਸੇ, ਦੁੱਖਾਂ ਦਾ ਵੀ ਵਿਨਾਸ਼ ਹੋ ਸਕਦਾ ਹੈ। ਦੁੱਖਾਂ ਦਾ ਵੀ ਵਿਨਾਸ਼ ਸਮਝੋ ਜੇਕਰ ਸਾਡਾ ਪ੍ਰੇਮ ਪ੍ਰਭੂ ਦੇ ਨਾਲ ਬਣਾਵੇ, ਪਰਮੇਸ਼ਵਰ ਦੇ ਨਾਲ ਬਣਾਵੇ। ਲੋੜ ਹੈ ਇਸ ਮਨ ਨੂੰ ਭਜਨ ਬੰਦਗੀ ਸਿਮਰਨ ਦੇ ਨਾਲ ਜੋੜਨ ਦੀ। ਨਾਮ ਤੋਂ ਬਿਨਾ ਅਸੀਂ ਦੁਖੀ ਹਾਂ, ਨਾਮ ਨੂੰ ਜਪ ਕੇ ਅਸੀਂ ਬਹੁਤ ਵੱਡੇ ਸੁਖੀ ਬਣ ਜਾਂਦੇ ਹਾਂ। ਪਰ ਮਹਾਰਾਜ ਜੀ ਕਹਿੰਦੇ ਦੁੱਖ ਬਿਨ ਸੇ ਸੁਖ ਪਾਇਆ। ਇੱਕ ਪਰਮਾਤਮਾ ਦੀ ਸ਼ਰਨ ਲੈਣ ਦੇ ਨਾਲ, ਆਦ ਸ਼ਕਤੀ ਦੀ ਸ਼ਰਨ ਲੈਣ ਦੇ ਨਾਲ ਕਿੰਨੇ ਲਾਭ ਹੋਏ। ਸਾਰੇ ਭੈ, ਜਿੰਨੇ ਸਾਡੇ ਅੰਦਰ ਭੈ ਆ, ਉਹ ਸਾਰੇ ਸਮਾਪਤ ਹੋ ਜਾਂਦੇ ਆ। ਪਰਮੇਸ਼ਵਰ ਦੀ ਸ਼ਰਨ ਲੈਣ ਦੇ ਨਾਲ ਦੁੱਖਾਂ ਦਾ ਵਿਨਾਸ਼ ਹੋ ਜਾਂਦਾ ਹੈ। ਪਰਮੇਸ਼ਵਰ ਦੀ ਸ਼ਰਨ ਲੈਣ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਵੈਸੇ ਤਾਂ ਸਤਿਗੁਰੂ ਜੀ ਕਹਿੰਦੇ ਨੇ, ਨਾਨਕ ਦੁਖੀਆ ਸਭ ਸੰਸਾਰ। ਨਾਮ ਤੋਂ ਬਿਨਾ ਇਹ ਸਾਰਾ ਸੰਸਾਰ ਹੀ, ਸਾਰੀ ਲੁਕਾਈ ਦੁਖੀ ਹੈ। ਨਾਮ ਤੋਂ ਬਿਨਾ ਇਹ ਸਾਰਾ ਸੰਸਾਰ ਝੂਠਾ ਵੀ ਹੈ ਅਤੇ ਝੂਠਾ ਵੀ ਹੈ। ਕਿਉਂਕਿ ਸਤਿਗੁਰਾਂ ਦਾ ਵਚਨ ਹੈ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਗੁਰੂ ਮਹਾਰਾਜ ਕਹਿੰਦੇ ਆ, ਝੂਠੀ ਦੇਖੀ ਪ੍ਰੀਤ ਜਗਤ में, ਝੂਠੀ देखी ਪ੍ਰੀਤ ਆਪਣੇ ਸੁਖ ਸਿਉ ਹੀ ਸਭ ਬਾਂਧੇ, ਕਿਆ ਦਾਰਾ ਕਿਆ ਮੀਤ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜੀ ਆਦ ਸ਼ਕਤੀ ਹੈ, ਆਦ ਤੋਂ ਹੀ ਚਲੀ ਆ ਰਹੀ ਹੈ, ਜਿਹੜੀ ਮੁੰਡ ਹੈ, ਜਿੱਥੋਂ ਸੰਸਾਰ ਪੈਦਾ ਹੋਇਆ, ਜਿੱਥੋਂ ਸੰਸਾਰ ਦੀ ਆਰੰਭਤਾ ਹੋਈ, ਉਹ ਆਦ ਸ਼ਕਤੀ ਦੀ ਪਕੜ ਕਰੋ। ਉਸ ਆਦ ਸ਼ਕਤੀ ਦੇ ਪ੍ਰਤੱਖ ਦਰਸ਼ਨ ਕਰੋ। ਜੇ ਤੁਸੀਂ ਆਦ ਸ਼ਕਤੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਫਿਰ ਇਹ ਕਾਰਜ ਸਾਨੂੰ ਕਰਨਾ ਪਵੇਗਾ। ਕਾਰ ਬੰਦਗੀ ਕਰਨੀ ਪਵੇਗੀ। ਬੰਦੇ ਨਾਲ ਬੰਦਗੀ, ਬੰਦਗੀ ਤੋਂ ਬਗੈਰ ਗੰਦਗੀ। ਇਹ ਮਨੁੱਖ ਪਵਿੱਤਰ ਹੋ ਜਾਂਦਾ ਹੈ ਨਾਮ ਜਪ ਕੇ, ਨਾਮ ਦੀ ਕਮਾਈ ਕਰਕੇ।
ਹੁਣ ਮਹਾਰਾਜ ਕਹਿੰਦੇ ਪਰਮੇਸ਼ਵਰ ਦੀ ਸ਼ਰਨ ਲੈਣ ਦੇ ਨਾਲ ਦੁੱਖ ਬਿਨਸੇ ਸੁਖ ਪਾਇਆ। ਪਰਮੇਸ਼ਵਰ ਦੀ ਸ਼ਰਨ ਨੂੰ ਤਿਆਗਿਆ ਅਸੀਂ ਅੱਜ ਵੀ ਦੁਖੀ, ਕੱਲ ਵੀ ਦੁਖੀ, ਅਸੀਂ ਦੁਖੀ ਤੋਂ ਦੁਖੀ ਹੁੰਦੇ ਜਾ ਰਹੇ ਹਾਂ। ਪਰਮੇਸ਼ਵਰ ਦੇ ਨਾਮ ਨੂੰ ਭੁਲਾ ਕੇ ਮਨੁੱਖ ਦੁਖੀ ਬਣ ਜਾਂਦਾ ਹੈ। ਪਰਮੇਸ਼ਵਰ ਨੂੰ ਯਾਦ ਕਰਕੇ, ਪਰਮੇਸ਼ਵਰ ਦੇ ਨਾਮ ਨੂੰ ਜਪ ਕੇ ਇਨਸਾਨ ਸੁਖੀ ਬਣ ਜਾਂਦਾ ਹੈ। ਨਾਨਕ ਦੁਖੀਆ ਸਭ ਸੰਸਾਰ, ਸੁਖੀ ਕੌਣ ਹੈ? ਸੋ ਸੁਖੀਆ ਜਿਸ ਨਾਮ ਆਧਾਰ, ਜਿਸ ਦੇ ਹਿਰਦੇ ਅੰਦਰ ਪਰਮਾਤਮਾ ਦਾ ਨਾਮ ਹੈ। ਜਿਸ ਮਨੁੱਖ ਨੇ ਅਨਮੋਲ ਪਰਮੇਸ਼ਵਰ ਦਾ ਨਾਮ ਆਪਣੇ ਹਿਰਦੇ ਅੰਦਰ ਸੰਭਾਲ ਕੇ ਰੱਖਿਆ ਹੋਇਆ ਹੈ, ਉੱਠਦੇ ਬਹਿੰਦੇ ਸੌਂਦੇ ਜਾਗਦੇ ਖਾਂਦੇ ਪੀਂਦੇ ਤੁਰਦੇ ਫਿਰਦੇ ਹੱਸਦੇ ਖੇਡਦੇ ਮੁਸਕਰਾਉਂਦੇ ਨਾਮ ਜਪੀ ਜਾਂਦੇ ਆ, ਨਾਮ ਜਪੀ ਜਾਂਦੇ ਆ। ਕਹਿੰਦੇ ਨਾਮ ਜਪਣ ਵਾਲੇ ਸੁਖੀ ਵੀ ਬਣ ਜਾਂਦੇ ਹਨ ਅਤੇ ਨਾਮ ਜਪ ਕੇ ਜੀਵ ਦਾ ਪਾਰ ਉਤਾਰਾ ਵੀ ਹੋ ਜਾਂਦਾ ਹੈ। ਨਾਮ ਜਪ ਕੇ ਇਨਸਾਨ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ। ਪਾਰ ਬ੍ਰਹਮ ਸੁਆਮੀ। ਹੁਣ ਇੱਥੇ ਮਹਾਰਾਜ ਜੀ ਨੇ ਸੁਆਮੀ ਦੀ ਗੱਲ ਕੀਤੀ ਹੈ। ਸੁਆਮੀ ਕੌਣ ਹੈ? ਸਾਡੀ ਜਿਹੜੀ ਆਤਮਾ ਹੈ। ਆਤਮਾ ਔਰ ਪਰਮਾਤਮਾ, ਆਤਮਾ ਦਾ ਵੀ ਕੋਈ ਮਾਲਕ ਹੈ। ਉਹ ਮਾਲਕ ਕੌਣ ਹੈ? ਆਦਿ ਸ਼ਕਤੀ ਪਰਮੇਸ਼ਵਰ। ਜਦੋਂ ਸਾਡਾ ਪ੍ਰੇਮ ਪ੍ਰਭੂ ਦੇ ਨਾਲ ਹੋ ਜਾਂਦਾ ਹੈ, ਪਰਮੇਸ਼ਵਰ ਦੇ ਨਾਲ ਹੋ ਜਾਂਦਾ ਹੈ, ਤੇ ਗੁਰੂ ਸਾਹਿਬ ਜੀ ਸਪਸ਼ਟ ਕਹਿੰਦੇ ਨੇ, ਸੱਚਾ ਪ੍ਰੇਮ ਪ੍ਰਭੂ ਸੇ ਹੋਵੇ ਤੋ ਹੀ ਬਚਾਵੇ। ਮਨੁੱਖ ਦੇ ਉੱਤੇ ਕਿੰਨੀਆਂ ਵੀ ਕਠਿਨਾਈਆਂ ਆ ਜਾਣ, ਕਿੰਨੇ ਵੀ ਦੁੱਖ ਆ ਜਾਣ, ਲੇਕਿਨ ਉਹ ਆਪ ਆ ਕੇ ਸਹਾਈ ਹੁੰਦਾ ਹੈ। ਸਤਿਗੁਰਾਂ ਨੇ ਫਰਮਾਨ ਕੀਤਾ, ਸਾਚ ਕਹੂੰ ਸੁਨ ਲੇਹੋ ਸਭੀ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਲੋੜ ਹੈ ਇਸ ਮਨ ਨੂੰ ਪ੍ਰੇਮ ਦੇ ਵਿੱਚ ਲਿਜਾਣ ਦੀ। ਨਾਮ ਜਪ ਕੇ ਲੱਖਾਂ ਹੀ ਤਰ ਗਏ, ਲੱਖਾਂ ਹੀ ਤਰਦੇ ਆ ਰਹੇ ਆ, ਲੱਖਾਂ ਹੀ ਤਰ ਕੇ ਚਲੇ ਗਏ। ਲੋੜ ਹੈ ਨਾਮ ਦੀ। ਜਿਹੜੀ ਸਾਡੀ ਆਤਮਾ ਹੈ, ਇਸ ਦਾ ਮਾਲਕ ਕੌਣ ਹੈ? ਉਹ ਆਦ ਸ਼ਕਤੀ ਪਾਰ ਬ੍ਰਹਮ ਪਰਮੇਸ਼ਰ ਸੁਆਮੀ। ਪੂਰਾ ਸਤਿਗੁਰੂ ਧਿਆਇਆ। ਹੁਣ ਇੱਥੇ ਪੂਰੇ ਸਤਿਗੁਰਾਂ ਦੀ ਗੱਲ ਕੀਤੀ ਹੈ, ਅਧੂਰੇ ਸਤਿਗੁਰ ਦੀ ਗੱਲ ਨਹੀਂ ਕੀਤੀ। ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਚਾਹੇ ਸਤਿਗੁਰੂ ਰਵਿਦਾਸ ਜੀ ਦੀ ਅੰਮ੍ਰਿਤ ਬਾਣੀ ਹੈ, ਚਾਹੇ ਸਤਿਗੁਰੂ ਕਬੀਰ ਜੀ ਦੀ ਹੈ, ਚਾਹੇ ਸ਼ੇਖ ਬਾਬਾ ਫਰੀਦ ਜੀ ਦੀ ਹੈ, ਚਾਹੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੋਵੇ, ਭਾਵੇਂ ਕਿਸੇ ਵੀ ਮਹਾਂਪੁਰਸ਼ ਦੀ ਬਾਣੀ ਹੋਵੇ, ਉਹ ਸਾਨੂੰ ਪਰਮੇਸ਼ਵਰ ਦੇ ਨਾਲ ਜੁੜਨ ਦੀ ਪ੍ਰੇਰਨਾ ਦੇ ਰਹੀ ਹੈ। ਜਿਹੜਾ ਮਹਾਂਪੁਰਸ਼ਾਂ ਦਾ ਉਪਦੇਸ਼ ਹੈ, ਉਹ ਧਰਮ ਦੇ ਨਾਲ ਜੋੜਦਾ ਹੈ, ਧਰਮ ਦੇ ਨਾਲੋਂ ਤੋੜਦਾ ਨਹੀਂ। ਗੁਰਬਾਣੀ ਕਹਿੰਦੀ, ਜੁੜੇ ਰਹੋ, ਜੁੜੇ ਰਹੋ, ਆਪ ਜੁੜੋ, ਦੂਸਰਿਆਂ ਨੂੰ ਜੋੜੋ, ਦੂਸਰਿਆਂ ਨੂੰ ਜੁੜਨ ਦੀ ਪ੍ਰੇਰਨਾ ਦਿਓ। ਭਾਵ ਕਿ ਆਪ ਨਾਮ ਜਪੋ, ਦੂਸਰਿਆਂ ਨੂੰ ਨਾਮ ਜਪਣ ਦੀ ਪ੍ਰੇਰਨਾ ਦਿਓ। ਆਪ ਤਰ ਜਾਓ, ਦੂਸਰਿਆਂ ਨੂੰ ਵੀ ਤਾਰ ਦਿਓ। ਇਹ ਸੰਤਾਂ ਮਹਾਂਪੁਰਸ਼ਾਂ ਦਾ ਕਰਮ ਹੁੰਦਾ ਹੈ। ਪੂਰਾ ਸਤਿਗੁਰ ਧਿਆਇਆ। ਜਿਹੜੇ ਗੁਰਮੁਖ ਪਿਆਰੇ ਹੁੰਦੇ ਆ, ਸਤਸੰਗੀ ਹੁੰਦੇ ਆ, ਜਿਨ੍ਹਾਂ ਨੇ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੁੰਦੀ ਹੈ,
ਉਹ ਪੂਰੇ ਗੁਰੂ ਦੀ ਖੋਜ ਕਰਦੇ ਆ, ਅਧੂਰੇ ਗੁਰੂ ਦੀ ਖੋਜ ਨਹੀਂ ਕਰਦੇ। ਪ੍ਰਭ ਜੀਓ, ਹੇ ਮੇਰੇ ਪ੍ਰਭੂ ਜੀ, ਮੇਰੀ ਆਤਮਾ ਦੇ ਸੁਆਮੀ, ਅੰਤਰਯਾਮੀ, ਸਾਡੇ ਮਨਾਂ ਦੀਆਂ ਭਾਵਨਾਵਾਂ ਨੂੰ ਜਾਣਨ ਵਾਲਾ ਉਹ ਅੰਤਰਯਾਮੀ ਹੈ। ਉਹ ਸਭ ਦਾ ਭਲਾ ਮੰਗਦਾ ਹੈ, ਸਭ ਦਾ ਭਲਾ ਕਰਦਾ ਆ ਰਿਹਾ ਹੈ, ਕਿਉਂਕਿ ਮਹਾਂਪੁਰਸ਼ਾਂ ਦੀ ਬਾਣੀ ਕਹਿੰਦੀ ਹੈ, ਸੰਤ ਹੁੰਦੇ ਨੇ ਜਗਤ ਦੇ ਰਾਖੇ, ਤਾਰਨ ਆਉਂਦੇ ਦੁਨੀਆ ਨੂੰ। ਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਵੱਡੇ ਵੱਡੇ ਰਾਜੇ, ਮਹਾਰਾਜੇ, ਰਾਣੀਆਂ ਆਈਆਂ, ਉਹ ਵੀ ਤਰ ਗਈਆਂ। 4 ਵਰਨਾਂ ਦੇ ਲੋਕ, ਬ੍ਰਾਹਮਣ, ਵੈਸ, ਸੂਦ, ਖੱਤਰੀ, 4 ਵਰਨ ਸਤਿਗੁਰੂ ਰਵਿਦਾਸ ਜੀ ਦੀ ਸ਼ਰਨ ਵਿੱਚ ਆ ਕੇ ਝੁਕ ਗਏ। ਮਹਾਰਾਜ ਜੀ ਨੇ ਸਭ ਦਾ ਭਲਾ ਕੀਤਾ, ਸਭ ਦਾ ਭਲਾ ਮੰਗਿਆ, ਸਭ ਨੂੰ ਆਸ਼ੀਰਵਾਦ ਦੇ ਦਿੱਤਾ। ਤੇ ਸਤਿਗੁਰੂ ਫਰਮਾਉਂਦੇ ਹੈ ਕਿ ਹੇ ਮੇਰੇ ਪ੍ਰਭੂ ਜੀ, ਤੂੰ ਮੇਰੋ, ਤੂੰ ਕੀ ਹੈ? ਕਬੀਰ ਤੂੰ ਤੂੰ ਕਰਤਾ ਤੂੰ ਬਹਾ, ਮੁਝ ਮੇ ਰਹਾ ਨਾ ਹੂ। ਸਤਿਗੁਰੂ ਰਵਿਦਾਸ ਜੀ ਕਹਿੰਦੇ, ਤੂੰ ਹੀ ਤੂੰ ਰਟਤਾ ਰਹੇ ਔਰ ਨਾ ਲਾਵੇ ਚੀਤ। ਜਿਹੜਾ ਮਨ ਆ ਸਾਡਾ ਪਰਮੇਸ਼ਵਰ ਦੀ ਬੰਦਗੀ ਦੇ ਨਾਲ ਜੁੜਿਆ ਰਹਿਣਾ ਚਾਹੀਦਾ ਹੈ। ਫਿਰ ਜੀਵ ਦਾ ਪਾਰ ਉਤਾਰਾ ਹੀ ਹੋ ਜਾਂਦਾ ਹੈ। ਚੜ੍ਹਦੀ ਕਲਾ, ਚੜ੍ਹਦੀ ਕਲਾ, ਚੜ੍ਹਦੀ ਕਲਾ ਦੀ ਕਦੋਂ ਕਿਰਪਾ ਹੁੰਦੀ ਹੈ? ਜਦੋਂ ਅਸੀਂ ਨਾਮ ਜਪਦੇ ਹਾਂ। ਆ ਨਾਮ ਦੇ ਪਰਥਾਏ, ਨਾਮ ਦੇ ਸੰਬੰਧ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਨੇ ਇਹੋ ਜਿਹੀ ਆਰਤੀ ਉਚਾਰਨ ਕੀਤੀ, ਉਹਦੇ ਵਿੱਚੋਂ ਜਿੰਨਾ ਮਰਜ਼ੀ ਗਿਆਨ ਪਾ ਲਓ, ਜਿੰਨੀ ਮਰਜ਼ੀ ਸਿੱਖਿਆ ਪਾ ਲਓ, ਉਹ ਸਿੱਖਿਆ ਦੇ ਨਾਲ ਆਰਤੀ ਭਰੀ ਹੋਈ ਹੈ। ਉਹ ਸਾਨੂੰ ਆਰਤੀ ਜਿਹੜੀ ਹੈ ਝੂਠੇ ਅਡੰਬਰਾਂ ਚੋਂ ਕੱਢਦੀ ਹੈ। ਉਸ ਆਰਤੀ ਦੇ ਵਿੱਚ ਮਹਾਰਾਜ ਜੀ ਨੇ ਪਰਮੇਸ਼ਵਰ ਦੀ ਸੇਵਾ ਦੇ ਵਿੱਚ ਕੋਈ ਸੰਸਾਰ ਦੀ ਝੂਠੀ ਸਮੱਗਰੀ ਦੀ ਵਰਤੋਂ ਨਹੀਂ ਕੀਤੀ। ਉਹਨਾਂ ਨੇ ਸੰਸਾਰ ਦੀ ਜਿਤਨੀ ਵੀ ਸਮੱਗਰੀ ਹੈ, ਇਹਦਾ ਖੰਡਨ ਕੀਤਾ ਮਹਾਰਾਜ ਜੀ ਨੇ। ਕਹਿੰਦੇ ਜਿਹੜੀਆਂ ਵਸਤੂਆਂ ਅਸੀਂ ਪਰਮੇਸ਼ਵਰ ਦੇ ਅੱਗੇ ਅਰਪਣ ਕਰਦੇ ਹਾਂ ਤਾਂ ਸਭ ਪਹਿਲਾਂ ਹੀ ਇਹਨਾਂ ਨੂੰ ਭੋਗ ਲੱਗਾ ਹੋਇਆ ਹੈ, ਇਹ ਤਾਂ ਪਹਿਲਾਂ ਹੀ ਅਪਵਿੱਤਰ ਹੈ। ਪਵਿੱਤਰ ਕੀ ਹੈ? ਪਰਮੇਸ਼ਵਰ ਦਾ ਨਾਮ। ਸਤਨਾਮ 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 ਹੈ ਹਰੀ ਭੋਗ ਤੁਹਾਰੇ। ਮਹਾਰਾਜ ਜੀ ਨੇ ਪਰਮੇਸ਼ਵਰ ਦਾ ਜਿਹੜਾ ਨਾਮ ਸੀ ਪਵਿੱਤਰ, ਉਹਦਾ ਹੀ ਭੋਗ ਪਰਮੇਸ਼ਵਰ ਨੂੰ ਲਗਾ ਦਿੱਤਾ। ਸੰਸਾਰ ਦੀ ਕੋਈ ਵੀ ਝੂਠੀ ਸਮੱਗਰੀ ਪਰਮੇਸ਼ਵਰ ਦੀ ਪੂਜਾ ਦੇ ਵਿੱਚ ਅਰਪਣ ਨਹੀਂ ਕੀਤੀ। ਹੁਣ ਮਹਾਰਾਜ ਜੀ ਕਹਿੰਦੇ ਆ, ਪ੍ਰਭ ਜੀਓ, ਹੇ ਮੇਰੇ ਪ੍ਰਭੂ ਜੀ, ਤੂੰ ਮੇਰੋ ਸਹਿਬ ਦਾਤਾ। ਸਹਿਬ ਜਿਹੜਾ ਹੁੰਦਾ ਬਹੁਤ ਵੱਡਾ ਹੁੰਦਾ, ਮਹਾਨ ਹੁੰਦਾ ਹੈ, ਪਰਉਪਕਾਰੀ ਹੁੰਦਾ। ਦਾਤਾ ਕੀ ਹੈ? ਜਿੰਨੀਆਂ ਸੰਸਾਰ ਦੀਆਂ ਦਾਤਾਂ ਆ, ਇਹ ਸਾਰੀਆਂ ਦਾਤਾਂ ਦਾ ਉਹ ਦਾਤਾ ਮਾਲਕ ਹੈ। ਉਸ ਪਰਮੇਸ਼ਵਰ ਨੇ ਹੀ ਇਹ ਸਾਰੀਆਂ ਦਾਤਾਂ ਪੈਦਾ ਕੀਤੀਆਂ। ਇਹ ਜਿਤਨੀ ਵੀ ਖੇਡ ਰਚੀ ਹੋਈ ਹੈ, ਇਹ ਪਰਮੇਸ਼ਵਰ ਦੀ ਹੈ, ਭਗਵਾਨ ਦੀ ਹੈ, ਆਦਿ ਸ਼ਕਤੀ ਦੀ ਹੈ। ਆਦਿ ਸ਼ਕਤੀ ਹੀ ਸਾਰੇ ਸੰਸਾਰ ਦੇ ਵਿੱਚ ਕੰਮ ਕਰ ਰਹੀ ਹੈ। ਹੁਣ ਬੇਨਤੀ ਕਰਦੇ ਆ, ਹੱਥ ਜੋੜ ਕੇ ਅਰਦਾਸ ਕਰਦੇ ਆ, ਤੋਤੇ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੇ ਮੇਰਾ। ਸਤਿਗੁਰੂ ਜੀ ਕਹਿੰਦੇ ਮੇਰੇ ਨਾਮ ਨੂੰ ਕੋਈ ਨਹੀਂ ਜਾਣਦਾ। ਇਹ ਪਰਮੇਸ਼ਵਰ ਸਾਰੀ ਤੇਰੀ ਵਡਿਆਈ ਹੈ। ਇਹ ਆਦਿ ਸ਼ਕਤੀ ਭਗਵਾਨ ਤੇਰੀ ਵਡਿਆਈ ਹੈ। ਸਾਰੇ ਸੰਸਾਰ ਦੇ ਵਿੱਚ ਤੇਰੀ ਵਡਿਆਈ ਹੋ ਰਹੀ ਹੈ।
मैं जिधर भी जाता हाँ उधर तेरी ही जय जय कार हो रही है। कर किरपा प्रभ दीन दयाला। हुण इत्थे किड्डी वड्डी महाराज जी ने गल कीती है। महाराज कहते कर किरपा, किरपा करो दीन के दाते, मेरा गुण आप गुण ना विचारियो कोई। हुण सतगुरु जी कहते हैं कर किरपा, वो जिहड़ा प्रभु है, परमेश्वर है, जिन्हों आपां अल्लाह भी कहते हैं, खुदा भी कहते हैं, परमेश्वर भी कहते हैं, ਉਹਦੇ नाम बेअंत आ। पर वो जोत एक है, वो जोत हर एक इंसान के अंदर है। दीन दयाला वो गुरु की है, परमेश्वर की है, दयालु है, कृपालु है, दयावान है, मेहरबान है। साडी दा फरियाद ओदी अगे है, साडी अरदास ओदी अगे है। किरपा करो किरपा दे सागर, दया करो दया दे सागर, मेहर करो हे मेहरबान, दयालु कृपालु दयावान मेहरबान साडे ते किरपा करो। किरपा किस तरह की मंगी है महाराज जी ने, कहते गुण गावो, असी दिन रात अठे पैर तेरे ही गुणां नूं गाउंदे रहिए। गुण गावो रंग राता, दिन रात तेरे रंग दे विच असीं रंगे रहिए। हुण सतगुरु गुरु रविदास महाराज जी किरपा करते है। महाराज कहते किहड़ा इंसान नरकां नूं जांदा है, किहड़ा इंसान स्वर्ग नूं जांदा है। इत्थे दो तरह की गल कर दी, स्वर्ग और नरक की। हुण आपां विचार करके देखिए कि नरकां नूं कौन जांदा है। महाराज जी कहते हर सो हीरा छड्ड के करे आन की आस, तेह नर दोजक जाएंगे सत भाखे रविदास। जिहड़ा एक आद शक्ति भगवान नूं छड्ड के किसी होर ते आस रखदा, झूठे अडंबरां दे विच जा फसदा है, ते महाराज जी कहते सच करके जान लियो इहो जिहे जीव, इहो जिहे मनुख किसी होर ते आस रखण वाले वो सीधे नरकां दे अधिकारी हो जाणगे। सत भाखे रविदास सतगुरां ने ये सच ही आख दिता है। पर गुरु साहब जी कहते हैं गुण गावो रंग राता, असी तेरे गुणां नूं गाउंदे रहिए रहाओ। हुण अगे विचार करते हैं सतगुरु जी कहते सतगुर नाम निधान दृढ़ाया। सतगुर ने की कीता? सतगुर कौन है? जिहड़ा हनेरे विचों कढ के रोशनी विच ले आवे। सतगुरु एक लाइट है, प्रकाश है, एक रोशनी है, जिहड़ा सारे संसार नूं रोशनी दे रहा है। सारे संसार ते जिहदी किरपा बरतदी आ रही है। सतगुरां ने नाम दृढ़ाया। जदों सतगुरां ने कहंदे नाम जपाया, जिन्हां ने नाम नूं अपने कन्नां दे राहीं सरवण कीता, अपने हिरदे विच वसाया, ते फिर महाराज कहंदे चिंता सगल बिनासी। इस संसार दे अंदर, इस संसार ते, ये झूठे संसार ते किन्नियां चिंतावां जिन्हां दी गिणती कोई नहीं। लखां करोड़ां अरबां खरबां मनुख नूं चिंता ही चिंता, चिंता ही चिंता लगी हुई है। ये चिंता जिहड़ी है ना चिखा दे बराबर है। पर सतगुरु जी कहंदे नानक चिंता मत करो, चिंता तिस ही है, जल में जंती हो पाए के तिना भी रोजी दे। ये जिहड़ी
ਚਿੰਤਾ ਹੈ, ਨਾਮ ਜਪ ਕੇ ਚਿੰਤਾ ਸਮਾਪਤ ਹੋ ਜਾਂਦੀ ਹੈ। ਲੋੜ ਹੈ ਨਾਮ ਜਪਣ ਦੀ, ਲੋੜ ਹੈ ਸਤਿਗੁਰਾਂ ਦੇ ਸ਼ਬਦ ਦੇ ਨਾਲ ਜੁੜਨ ਦੀ, ਸ਼ਬਦ ਦੀ ਕਮਾਈ ਕਰੋ। ਚਿੰਤਾ ਸਗਲ ਵਿਨਾਸੀ, ਤੁਹਾਡੀਆਂ ਸਾਰੀਆਂ ਚਿੰਤਾਵਾਂ ਵਿਨਾਸ਼ ਹੋ ਜਾਣਗੀਆਂ। ਹੁਣ ਅੱਗੇ ਫਿਰ ਬੇਨਤੀ ਕਰਦੇ ਆ ਮਹਾਰਾਜ ਜੀ, ਕਹਿੰਦੇ ਕਰ ਕਿਰਪਾ, ਕਰ ਕਿਰਪਾ ਆਪਣੋ ਕਰ ਲੀਨਾ। ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੇ ਦਾਸ ਬਣਾ ਲਓ। ਅਸੀਂ ਤੁਹਾਡੇ ਚਰਨਾਂ ਦੇ ਦਾਸ ਹਾਂ, ਦਾਸ ਹਾਂ, ਦਾਸ ਹਾਂ। ਹੁਣ ਮਹਾਰਾਜ ਕਹਿੰਦੇ ਸਵਰਗ ਨੂੰ ਕੌਣ ਜਾਂਦਾ ਹੈ? ਤੇ ਸਤਿਗੁਰੂ ਰਵਿਦਾਸ ਜੀ ਕਹਿੰਦੇ ਆ, ਜਨ ਰਵਿਦਾਸ ਰਾਮ ਰੰਗ ਰਾਤਾ, ਇਉਂ ਗੁਰ ਪ੍ਰਸਾਦ ਨਰਕ ਨਹੀਂ ਜਾਤਾ। ਜਿਹੜਾ ਪ੍ਰਮਾਤਮਾ ਦਾ ਦਾਸ ਬਣ ਗਿਆ, ਜਿਹੜਾ ਪ੍ਰਮਾਤਮਾ ਦਾ ਸੇਵਕ ਬਣ ਗਿਆ, ਸੇਵਕ ਕਿਸ ਤਰ੍ਹਾਂ ਬਣਿਆ ਜਾਂਦਾ ਹੈ? ਮਹਾਰਾਜ ਜੀ ਕਹਿੰਦੇ ਨੇ, ਮੋਹੇ ਨਾ ਵਿਸਾਰੋ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਉਹ ਨਾਮ ਦੇ ਵਿੱਚ ਲੀਨ ਹੋ ਗਏ, ਨਾਮ ਦੇ ਵਿੱਚ ਰੰਗੇ ਗਏ। ਜਿਹੜਾ ਪ੍ਰਾਨੀ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਇਸ ਗੱਲ ਦੀ ਗਰੰਟੀ ਦਿੰਦੇ ਆ ਕਿ ਐ ਦੁਨੀਆ ਵਾਲਿਓ, ਸੰਸਾਰੀ ਜੀਵੋ, ਇਹ ਸੱਚ ਕਰਕੇ ਮੰਨ ਲਿਓ ਕਿ ਜਿਹਨੂੰ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਉਹ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਹ ਨਰਕਾਂ ਦਾ ਅਧਿਕਾਰੀ ਨਹੀਂ ਹੁੰਦਾ। ਇਉਂ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ, ਇਉਂ ਗੁਰ। ਇਸੇ ਤਰ੍ਹਾਂ ਉਹ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਨਰਕਾਂ ਦਾ ਅਧਿਕਾਰੀ ਨਹੀਂ ਹੋ ਸਕਦਾ। ਉਹ ਸਵਰਗਪੁਰੀ ਨੂੰ ਜਾਂਦਾ ਹੈ ਨਾਮ ਜਪ ਕੇ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ, ਮਨ ਵਸਿਆ ਅਵਿਨਾਸੀ। ਅਵਿਨਾਸੀ ਕਹਿੰਦੇ ਆ ਜਿਹਦਾ ਨਾਸ ਨਹੀਂ ਹੁੰਦਾ, ਜਿਹੜਾ ਸਦਾ ਹੈ, ਅਮਰ ਹੈ, ਅਟਲ ਹੈ। ਉਹ ਕੀ ਹੈ? ਆਦਿ ਸ਼ਕਤੀ। ਆਦਿ ਸ਼ਕਤੀ ਕਿੱਥੋਂ ਆ ਰਹੀ ਹੈ? ਉਹ ਹੈ ਭਗਵਾਨ। ਭਗਵਾਨ ਹੀ ਸਾਰੇ ਸੰਸਾਰ ਨੂੰ ਓਟ ਆਸਰਾ ਦਿੰਦਾ ਆ ਰਿਹਾ ਹੈ। ਉਹਦਾ ਓਟ ਆਸਰਾ ਲੈ ਕੇ ਕਈ ਤਰ ਗਏ, ਕਈਆਂ ਨੇ ਤਰ ਜਾਣਾ, ਜਿਨ੍ਹਾਂ ਨੇ ਤੇਰਾ ਨਾਮ ਜਪਿਆ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆ, ਕਰ ਕਿਰਪਾ ਆਪਣੋ ਕਰ ਲੀਨਾ। ਸਾਨੂੰ ਆਪਣੇ ਦਾਸ ਬਣਾ ਲਓ। ਮਨ ਵਸਿਆ ਅਵਿਨਾਸੀ, ਸਾਡੇ ਮਨ ਵਿੱਚ ਉਹਦਾ ਨਿਵਾਸ ਹੋ ਜਾਵੇ, ਜਿਹੜਾ ਕਦੇ ਨਾਸ ਨਹੀਂ ਹੁੰਦਾ। ਉਹ ਹੈ ਭਗਵਾਨ, ਉਹ ਹੈ ਈਸ਼ਵਰ, ਉਹ ਹੈ ਖੁਦਾ, ਉਹ ਹੈ ਪਰਮਾਤਮਾ, ਉਹ ਹੈ ਪਰਮੇਸ਼ਵਰ, ਉਹ ਹੈ ਪ੍ਰਭੂ ਅੰਤਰਜਾਮੀ, ਜਿਹੜਾ ਸਾਰੇ ਦਿਲਾਂ ਦੀ ਭਾਵਨਾ ਨੂੰ ਜਾਣਦਾ ਹੈ। ਉਹਨੂੰ ਅੰਤਰਜਾਮੀ ਕਹਿੰਦੇ ਆ। ਮਨ ਵਸਿਆ ਅਵਿਨਾਸੀ ਤਾਂ ਕਉ ਬਿਗਨ ਨਾ ਕੋ ਲਾਗੇ। ਹੁਣ ਸੰਸਾਰ ਦੇ ਅੰਦਰ ਕਿੰਨੇ ਬਿਗਨ ਆ, ਪਰ ਗੁਰਬਾਣੀ ਵੀ ਕਹਿੰਦੀ ਆ, ਬਿਗਨ ਵਿਨਾਸਨ, ਬਿਗਨ ਵਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦਰੜਾਇਆ, ਕੋਈ ਪਾਪ ਭਈ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਉਹਦੀ ਕਿਰਪਾ ਹੋ ਜਾਵੇ ਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਉਹਦੀ ਕਿਰਪਾ ਤੋਂ ਬਿਨਾਂ ਅਸੀਂ ਦੁਖੀ ਹੀ ਦੁਖੀ ਹਾਂ। ਲੋੜ ਹੈ ਉਹਦੀ ਕਿਰਪਾ ਦੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਐ, ਮਨ ਵਸਿਆ ਅਵਿਨਾਸੀ ਤਾਂ ਕੋ ਬਿਗਨ ਨਾ ਕੋ ਲਾਗੇ। ਕਹਿੰਦੇ ਹੁਣ ਬਿਗਨ ਕਿਹਨੂੰ ਨਹੀਂ ਲੱਗਦੇ? ਜੋ ਸਤਿਗੁਰ ਆਪਣੇ ਲਾਗੇ, ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ, ਸਤਸੰਗੀਆਂ ਨੂੰ ਸਤਿਗੁਰਾਂ ਨੇ ਹੱਥ ਦੇ ਕੇ ਰੱਖ ਲਿਆ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਲੋੜ ਹੈ ਨਾਮ ਜਪਣ ਵਾਲੇ ਮਹਾਂਪੁਰਸ਼ਾਂ ਦੀ ਸ਼ਰਨ ਲੈਣ ਦੀ। ਲੋੜ ਹੈ ਨਾਮ ਜਪਣ ਵਾਲੇ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਜਾਣ ਦੇ ਨਾਲ ਮਨੁੱਖ ਬਹੁਤ ਵੱਡਾ ਗੁਣੀ ਗਿਆਨੀ ਅਤੇ ਸਤਸੰਗੀ ਬਣ ਸਕਦਾ ਹੈ, ਜੇਕਰ ਅਸੀਂ ਸੰਤਾਂ ਦੀ ਸ਼ਰਨ ਵਿੱਚ ਜਾਈਏ। ਹੁਣ ਅੱਗੇ ਮਹਾਰਾਜ ਕਹਿੰਦੇ, ਚਰਨ ਕਮਲ ਵਸੇ ਰਿੱਧ ਅੰਦਰ। ਰਿੱਧ ਅੰਤਰ
ਕਦੇ ਜਿਹੜੇ ਚਰਨ ਕਮਲਿਆ ਸਾਡੇ ਹਿਰਦੇ ਅੰਦਰ ਵਸ ਜਾਣ, ਉਹਦੀ ਕਿਰਪਾ ਦੇ ਨਾਲ ਹੀ ਉਹਦੇ ਜਿਹੜੇ ਚਰਨ ਕਮਲਿਆ ਸਾਡੇ ਹਿਰਦੇ ਅੰਦਰ ਚਰਨ ਕਮਲਾਂ ਦਾ ਨਿਵਾਸ ਹੁੰਦਾ ਹੈ। ਅੰਮ੍ਰਿਤ ਹਰ ਰਸ ਚਾਖੇ, ਜਿਹੜਾ ਪਰਮੇਸ਼ਵਰ ਹੈ ਉਹਦਾ ਨਾਮ ਕਿ ਅੰਮ੍ਰਿਤ ਨਾਮ ਪਰਮੇਸ਼ਵਰ ਤੇਰਾ ਜੋ ਸਿਮਰੇ ਸੋ ਜੀਵੇ, ਉਹਦਾ ਨਾਮ ਹੀ ਅੰਮ੍ਰਿਤ ਹੈ। ਲੋੜ ਹੈ ਉਹਦੇ ਨਾਮ ਦੇ ਵਿੱਚ ਰੰਗੇ ਜਾਣ ਦੀ, ਉਹਦੇ ਨਾਮ ਦੇ ਵਿੱਚ ਅਸੀਂ ਰੰਗ ਹੋ ਜਾਈਏ ਤਾਂ ਸਾਡੀਆਂ ਸਾਰੀਆਂ ਚਿੰਤਾਵਾਂ ਦਾ ਨਾਸ ਹੋ ਸਕਦਾ ਹੈ। ਅੰਮ੍ਰਿਤ ਹਰ ਰਸ ਚਾਖੇ, ਜਿਨ੍ਹਾਂ ਨੇ ਉਹਦੇ ਨਾਮ ਦੇ ਅੰਮ੍ਰਿਤ ਨੂੰ ਚਖਿਆ ਹੈ, ਅੰਮ੍ਰਿਤ ਪੀਤਾ ਹੈ, ਉਹ ਅਮਰ ਹੋ ਗਏ। ਹੁਣ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੀ ਗੱਲ ਕਰੀਏ, ਉਹਨਾਂ ਦੀ ਸ਼ਰਨ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਆਏ, ਰਾਣੀਆਂ ਆਈਆਂ, ਵੱਡੇ ਵੱਡੇ ਗੁਣੀ ਗਿਆਨੀ ਪੰਡਤ ਬ੍ਰਾਹਮਣ ਆਏ, 4 ਵਰਨਾਂ ਦੇ ਲੋਕ ਆਏ, ਉਹਨਾਂ ਨੇ ਅੰਮ੍ਰਿਤ ਹੀ ਪੀਤਾ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਕੇ, ਅੰਮ੍ਰਿਤ ਪੀ ਕੇ ਅਮਰ ਹੋ ਗਏ। ਤੋ ਮਹਾਰਾਜ ਜੀ ਕਹਿੰਦੇ ਆ, ਕਰ ਸੇਵਾ ਸੇਵਕ ਪ੍ਰਭ ਆਪਣੇ। हे ਪਰਮੇਸ਼ਵਰ, ਸਾਡੇ ਤੇ ਕਿਰਪਾ ਕਰੋ, ਅਸੀਂ ਦਿਨ ਰਾਤ ਸੇਵਾ ਦੇ ਵਿੱਚ ਲੀਨ ਰਹੀਏ, ਤੇਰੇ ਸੇਵਕ ਬਣਨ ਦੇ ਕਾਬਲ ਹੋ ਜਾਈਏ। ਇਹ ਸਭ ਤੇਰੀ ਕਿਰਪਾ ਹੈ। ਜਿਨ ਮਨ ਕੀ ਇੱਛ ਪਜਾਈ, ਉਹ ਹੀ ਸਾਰੇ ਇਨਸਾਨਾਂ ਦੇ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਦਾ ਆ ਰਿਹਾ ਹੈ। ਪਰ ਮਹਾਰਾਜ ਜੀ ਕਹਿੰਦੇ, ਨਾਮ ਜਪ ਕੇ ਇਨਸਾਨ ਪਰਮਾਤਮਾ ਦੀ ਸ਼ਰਨ ਵਿੱਚ ਜਾ ਕੇ ਜੋ ਮੰਗੇ ਇਹਨੂੰ ਮਿਲਦਾ ਹੈ। ਗੁਰਬਾਣੀ ਕਹਿੰਦੀ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਉਹ ਆਦਿ ਸ਼ਕਤੀ ਕੀ ਹੈ? ਆਦਿ ਸ਼ਕਤੀ ਦੀ ਗੱਲ ਮਹਾਰਾਜ ਨੇ ਕੀਤੀ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਦੇਖੋ ਮਹਾਰਾਜ ਜੀ ਨੇ ਨਾਮ ਜਪਿਆ, ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਇਹ ਗੱਲ ਕਰ ਦਿੱਤੀ, ਅਬ ਵਿਪਰ ਪ੍ਰਧਾਨ ਤੇ ਕਰੇ ਡੰਡੌਤ, ਤੇਰੇ ਨਾਮ ਸਰਨਾਈ ਰਵਿਦਾਸ ਦਾਸਾ। ਪਰਮੇਸ਼ਵਰ ਦੇ ਨਾਮ ਦੇ ਵਿੱਚ ਕਿੰਨੀਆਂ ਪਾਵਰਾਂ। ਕਹਿੰਦੇ ਨਾਮ ਜਪ ਕੇ ਤਾਂ ਦੇਖੋ, ਤੁਹਾਨੂੰ ਵੱਡੇ ਵੱਡੇ ਸਤਿਕਾਰ ਤੁਹਾਡੇ ਹੋਣਗੇ, ਵੱਡੇ ਵੱਡੇ ਤੁਹਾਨੂੰ ਮਾਣ ਪ੍ਰਾਪਤ ਹੋਣਗੇ। ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪਜਾਈ। ਉਹ ਸਾਰਿਆਂ ਦੇ ਮਨਾਂ ਦੀਆਂ ਇੱਛਾਵਾਂ ਪੂਰੀਆਂ ਕਰਦਾ ਆ ਰਿਹਾ, ਸਾਰਿਆਂ ਦੇ ਮਨਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਦਾ ਆ ਰਿਹਾ ਹੈ। ਅਖੀਰ ਵਿੱਚ ਮਹਾਰਾਜ ਜੀ ਕਹਿੰਦੇ ਹੈ, ਨਾਨਕ ਦਾਸ ਦਾਸਨ ਦਾਸ ਹੋ ਰਹੀਏ। ਮਹਾਰਾਜ ਜੀ ਨੇ ਆਪਣੇ ਆਪ ਨੂੰ ਦਾਸ ਕਹਿ ਦਿੱਤਾ ਕਿ हे ਪਰਮੇਸ਼ਵਰ, ਮੈਂ ਤੇਰਾ ਦਾਸ ਹਾਂ। ਨਾਨਕ ਦਾਸ ਤਾਂ ਕੇ ਬਲਿਹਾਰੇ। ਮਹਾਰਾਜ ਕਹਿੰਦੇ, ਹੁਣ ਮੈਂ ਕਿਹਤੋਂ ਬਲਿਹਾਰੇ ਜਾਵਾਂ? ਕਹਿੰਦੇ, ਅਸੀਂ ਉਹਨਾਂ ਤੋਂ ਬਲਿਹਾਰੇ ਜਾਂਦੇ ਹਾਂ, ਇਹੋ ਜਿਹੇ ਇਨਸਾਨਾਂ ਤੋਂ ਬਲਿਹਾਰੇ ਜਾਂਦੇ ਹਾਂ, ਇਹੋ ਜਿਹੇ ਰੂਹਾਂ ਤੋਂ ਬਲਿਹਾਰੇ ਜਾਂਦੇ ਹਾਂ, ਜਿਨ ਪੂਰਨ ਪੈਜ ਰਖਾਈ। ਨਾਨਕ ਦਾਸ ਤਾਂ ਕੇ ਬਲਿਹਾਰੇ, ਜਿਨ ਪੂਰਨ ਪੈਜ ਰਖਾਈ। ਉਹ ਜਿਹੜਾ ਪਰਮੇਸ਼ਵਰ ਹੈ, ਉਹ ਜਿਹੜਾ ਅੱਲਾ ਹੈ, ਖੁਦਾ ਹੈ, ਵਾਹਿਗੁਰੂ ਪਰਮਾਤਮਾ ਹੈ। ਮਹਾਰਾਜ ਕਹਿੰਦੇ ਉਹ ਸਾਰਿਆਂ ਦੀ ਪੈਜ ਰੱਖਦਾ ਆ ਰਿਹਾ ਹੈ। ਜਿਸ ਤਰ੍ਹਾਂ ਸਤਿਗੁਰਾਂ ਨੇ ਬੇਨਤੀ ਕੀਤੀ, ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ, ਪੈਜ ਰੱਖੋ ਰਾਜਾ ਰਾਮ ਮੇਰੀ। ਪਰ ਸਤਿਗੁਰੂ ਰਵਿਦਾਸ ਜੀ ਕਹਿੰਦੇ ਨਾਮ ਜਪਣਾ ਬਹੁਤ ਜ਼ਰੂਰੀ ਹੈ ਭਾਈ। ਉੱਠਦੇ ਬਹਿੰਦੇ ਖਾਂਦੇ ਪੀਂਦੇ ਹੱਸਦੇ ਖੇਡਦੇ ਤੁਰਦੇ ਫਿਰਦੇ ਨਾਮ ਜਪਿਆ ਕਰੋ। ਜੀਭਾ ਦੇ ਨਾਲ ਨਾਮ ਜਪਣਾ ਹੈ, ਕੰਨਾਂ ਦੇ ਨਾਲ ਬਾਣੀ ਨੂੰ ਸਰਵਣ ਕਰਨਾ ਹੈ, ਹੱਥਾਂ ਦੇ ਨਾਲ ਸੇਵਾ ਕਰਨੀ ਹੈ, ਇਹਨਾਂ 2 ਨੇਤਰਾਂ ਦੇ ਨਾਲ ਉਸ ਪਰਮੇਸ਼ਵਰ ਦੇ ਦਰਸ਼ਨ ਕਰਨੇ ਹਨ। ਕਿਉਂਕਿ ਮਹਾਰਾਜ ਜੀ ਕਹਿੰਦੇ ਨੇ, ਸਾਧੂ ਕੀ ਜੋਲੇ ਓਟ, ਤੇਰੇ ਮਿਟੇ ਪਾਪ ਸਭ ਕੋਟ ਕੋਟ। ਕਹਿ ਰਵਿਦਾਸ
जो जपे नाम तिस जात ना जन्म ना जोनी काम। जय गुरुदेव, धन गुरुदेव।